अस्सलाम वालेकुम। ਸਕੰਡੇ ਨੇਵੀ 'ਚ ਸਭ ਤੋਂ ਜ਼ਿਆਦਾ ਪੈਸਾ ਜਿਹੜਾ ਬਣਦਾ ਸਫਾਈ ਦੇ ਕੰਮ 'ਚ ਬਣਦਾ। ਸਫਾਈ ਦੇ ਕੰਮ 'ਚ ਤੁਹਾਨੂੰ ਪਤਾ 1 ਘੰਟੇ ਦਾ 300 ਕਰੋੜ ਲੱਭਦਾ। 300 ਕਰੋੜ ਜਿਹੜਾ ਪਾਕਿਸਤਾਨੀ 12,000 ਰੁਪਇਆ ਬਣਦਾ ਹੈ। ਅਗਰ ਤੁਸੀਂ ਵਰਕਰ ਰੱਖਿਆ ਉਹਨੂੰ ਤੁਸੀਂ 70-75 ਕਰੋੜ ਘੰਟੇ ਦਾ ਦਿੰਦੇ ਹੋ, ਯਾਨੀ ਕਿ ਉਹ ਬਣਦਾ ਉਹਦੇ ਵਾਸਤੇ 2500-3000 ਰੁਪਇਆ। ਉਹਦੇ ਵਾਸਤੇ ਵੀ ਖੈਰ ਬਹੁਤ ਨੇ, ਲੇਕਿਨ ਅਗਰ ਤੁਸੀਂ 3 ਵਰਕਰ ਲਾਏ ਨੇ ਤੁਹਾਡੀਆਂ ਤੇ ਪੂਰੀਆਂ ਯੈਸ਼ੀਆਂ ਨੇ। ਇਹਦੇ ਤੋਂ ਬਾਅਦ ਤੁਹਾਡੀ ਬੇਈਮਾਨੀ ਕਰਨੀ ਬਣਦੀ ਨਹੀਂ। ਉਸ ਤੋਂ ਬਾਅਦ ਅਗਰ ਮਾਲਕ ਨੇ ਤੁਹਾਨੂੰ ਗੱਡੀ ਦਿੱਤੀ ਹੈ, ਤੁਹਾਨੂੰ ਘੰਟਿਆਂ ਦੇ ਚੰਗਾ ਭਲਾ ਕੰਮ ਦਿੱਤੇ ਆ, ਤੁਹਾਨੂੰ ਪਤਾ ਸਾਡੇ ਜਿਹੜੇ ਬੰਦੇ ਨੇ ਉਹ 3-4 ਘੰਟੇ 'ਚ ਕੰਮ ਮੁਕਾ ਲੈਂਦੇ ਸੀ ਤੇ ਮਾਲਕ ਸਾਨੂੰ ਦਿੰਦੇ ਸੀ ਇੱਥੇ ਦੇ 8 ਘੰਟੇ ਦਾ ਕੰਮ, 10 ਘੰਟੇ ਦਾ ਕੰਮ, 12 ਘੰਟੇ ਦਾ ਕੰਮ। ਉਹਦੇ 'ਚ ਇਹ ਹੁੰਦਾ ਕਿ 2 ਬੰਦੇ ਨਾਲ ਖੜੇ ਜਾ ਕੇ 3-4 ਘੰਟੇ 'ਚ ਮੁਕਾ ਕੇ ਤੇ ਉਹ ਚਾਬੀ ਕੋਲ ਹੁੰਦੀ ਹੈ ਤੇ ਬੜਾ ਬੰਦਾ ਯਾਸ਼ੀ ਕਰਦਾ, ਕਿਉਂਕਿ ਘੰਟੇ ਚੰਗੇ ਭਲੇ ਬਣ ਜਾਂਦੇ। ਲੱਖ ਕਰੋੜ ਜਿਹੜਾ ਬੰਦਾ ਆਰਾਮ ਨਾਲ ਕੱਢ ਲੈਂਦਾ ਸੀ। ਲੇਕਿਨ ਹੁਣ ਜਿਹੜੇ ਆ ਗੋਰੇ ਨੇ ਇਹ ਬਹੁਤ ਹੁਸ਼ਿਆਰ ਹੋ ਗਏ ਨੇ, ਇਹਨਾਂ ਨੂੰ ਪਤਾ ਹੈ ਕਿ ਇਹ ਜਲਦੀ ਕੰਮ ਮੁਕਾ ਦਿੰਦੇ ਨੇ। ਹੁਣ ਯਕੀਨ ਕਰੋ ਜਿਹੜਾ 8 ਘੰਟੇ ਦਾ ਕੰਮ ਹੁੰਦਾ ਉਹ ਸਾਨੂੰ ਜਨਾਬ 12 ਘੰਟੇ ਦਾ ਕੰਮ ਦਿੰਦੇ ਨੇ ਹੁਣ ਕਿ ਤੁਸੀਂ ਇਹ ਕੰਮ ਜਿਹੜਾ ਮੁਕਾਓ। ਕਿਉਂ? ਸਾਡੇ ਬੰਦਿਆਂ ਨੇ ਇਹਨਾਂ ਨੂੰ ਆਪੂ ਖਰਾਬ ਕੀਤਾ। ਬਜ਼ਾਤੇ ਖੁਦ ਜਿਹੜਾ ਉਹ ਬਣ ਗਏ ਨੇ ਮੈਨੇਜਰ, ਬਣ ਗਏ ਨੇ ਸਫਾਈ ਵਾਲੇ ਅਸਿਸਟੈਂਟ, ਬਣ ਗਏ ਨੇ ਜਿਹੜੇ ਵੱਡੇ ਥੋੜੇ ਸਰਬਰਾਹ ਹੁੰਦੇ ਨੇ। ਉਹ ਅੱਗੂ ਗੋਰਿਆਂ ਨੂੰ ਆਪੂ ਦੱਸਦੇ ਨੇ, ਕਹਿੰਦੇ ਨੇ ਕਿ ਤੁਸੀਂ ਜਿਹੜਾ ਨਾ ਇਹ ਕੰਮ ਇਤਨੇ ਦਾ, ਤੁਸੀਂ ਇਹਨੂੰ ਇੰਨੇ ਦਾ ਨਾ ਦਿਓ। ਉਹਨੂੰ ਤੇ ਮਾਲਕ ਥੋੜੇ ਜਿਹੇ ਪੈਸੇ ਫਾਲਤੂ ਦੇ ਛੱਡਦਾ, ਲੇਕਿਨ ਜਿਹੜੇ ਵਰਕਰ ਹੁੰਦੇ ਨੇ ਨਾ ਉਹਨਾਂ ਦੀ ਸਤਿਆਨਾਸ਼ ਵੱਜ ਗਈ ਹੈ। ਉਹ ਜਿਹੜੇ ਨੇ ਮਸਲਾ ਅੱਗੇ 8 ਘੰਟੇ ਦਾ ਕੰਮ ਹੁੰਦਾ ਆ, ਹੁਣ 12 ਘੰਟੇ ਦਾ ਮਾਲਕ ਕਹਿੰਦਾ ਤੁਸੀਂ 8 ਘੰਟਾ ਹੀ ਮੁਕਾਓ, ਯਾਨੀ ਕਿ ਬੰਦਾ ਤੇ ਗਿਆ ਯੱਬ। ਜਵਾਨ ਆਇਆ, ਉਹਦਾ ਕੰਮ ਬਹੁਤ ਜ਼ਿਆਦਾ ਸੈੱਟ ਆਇਆ। ਉਹਨੇ 3 ਵਰਕਰ ਨਾਲ ਲਾਏ ਸੀ ਤੇ ਤਕਰੀਬਨ ਉਹਦੇ ਕੋਲ ਕੁਝ ਨਹੀਂ ਤੇ ਰੋਜ਼ ਦਾ ਜਿਹੜਾ 24 ਘੰਟੇ ਕੰਮ ਆਇਆ। 2-3 ਜਗ੍ਹਾ ਤੇ ਕੰਮ ਕਰਨ ਜਾਂਦਾ ਸੀ, ਜਾ ਕੇ ਨਾਲ ਮੁੜੇ ਲੈ ਜਾਣੇ। 2 ਘੰਟੇ ਲਾਏ, 3 ਲਾਏ, ਉੱਥੋਂ ਨਿਕਲ ਆਇਆ। ਤੁਸੀਂ ਹਿਸਾਬ ਲਓ ਜਿਹੜਾ 20-24 ਘੰਟੇ ਰੋਜ਼ ਲਾਂਦਾ ਹੋਵੇ ਤੇ ਮਹੀਨੇ ਦੇ ਉਹਦੇ ਕਿਤਨੇ ਪੈਸੇ ਬਣਦੇ ਹੋਣੇ ਨੇ। ਉਹਦੇ ਤੋਂ ਬਾਅਦ ਉਹ ਬੰਦਾ ਬੇਈਮਾਨੀ ਕਰੇ ਤੇ ਫਿਰ ਉਹਦੇ ਨਾਲ ਕੀ ਹੋਣਾ ਚਾਹੀਦਾ? ਹੋਰ ਛੱਡ ਕੇ ਮਾਲਕ ਨੂੰ ਆਪਣੇ ਘਰ ਦੀ ਚਾਬੀ ਦਿੱਤੀ ਸੀ, ਘਰ ਜਾਂਦਾ ਮਾਲਕ ਕਾਫੀ ਬਣਾਈ ਹੁੰਦੀ, ਕਦੇ ਕਦੇ ਉਹਨੇ ਸਲਾਦ ਸ਼ਾਦ ਬਣਾ ਕੇ ਰੱਖੇ ਹੁੰਦਾ ਆ, ਬਈ ਇਹ ਆ ਰਹੇ ਨੇ ਮੇਰੇ ਘਰ ਕੰਮ ਕਰਨ ਤੇ ਤੂੰ ਖਾ ਲੈਣ। ਉੱਤੇ ਪਰਚੀ ਲਿਖ ਕੇ ਰੱਖ ਜਾਂਦਾ ਕਿ ਇਹ ਤੁਸੀਂ ਖਾ ਲਵਿਓ, ਕੋਕੋ ਕੋਲਾ ਵਗੈਰਾ ਜੋ ਵੀ ਹੈ ਤੁਸੀਂ ਪੀ ਸਕਦੇ ਹੋ। ਅੱਗੂ ਇੱਥੇ ਜਿਹੜਾ ਕੋਕੋ ਕੋਲੇ ਵਿਕਦੇ ਵੀ ਹੈ ਨੇ, ਤੁਹਾਨੂੰ ਪਤਾ ਜਿਹੜੇ ਖਾਲੀ ਡੱਬੇ ਹੁੰਦੇ ਨੇ ਉਹ ਮਾਲਕਾਂ ਨੇ ਛਾਪਰ ਭਰ ਕੇ ਰੱਖੇ ਹੁੰਦੇ ਬੰਦੇ ਸਾਡੇ, ਉਹ ਵੀ ਚੁੱਕ ਕੇ ਤੇ ਲੈ ਜਾਂਦੇ ਜਾ ਕੇ ਵੇਚਣ ਵਾਸਤੇ, ਲੇਕਿਨ ਉਹ ਕੋਈ ਮਹਿਸੂਸ ਨਹੀਂ ਕਰਦੇ। ਅੱਗੂ ਦਫ਼ਤਰਾਂ 'ਚ ਵੀ ਇਹੀ ਹਿਸਾਬ ਹੈ, ਜਿਹੜੇ ਵੀ ਉੱਥੇ ਕੰਮ ਕਰਦੇ ਨੇ ਉਹ ਜੋ ਕੋਕੋ ਕੋਲਾ ਪੀਂਦੇ ਨੇ, ਰੈੱਡ ਬੁੱਲ ਪੀਂਦੇ ਨੇ, ਉਹ ਛਾਪਰ 'ਚ ਛੱਡ ਦਿੰਦੇ ਨੇ ਤੇ ਸਾਡੇ ਬੰਦੇ ਜਿਹੜੇ ਨੇ ਉਹ ਚੁੱਕ ਕੇ ਲੈ ਜਾਂਦੇ ਜਾ ਕੇ ਉੱਥੇ ਛੱਡ ਦੇਣ ਮਸ਼ੀਨ 'ਚ ਤੇ ਉਹਦੇ ਪੈਸੇ ਲੱਭਦੇ ਨੇ ਚੰਗੇ ਭਲੇ। ਜਿਹੜੇ ਮਾਲਕ ਹੁੰਦੇ ਨੇ ਉਹਨਾਂ ਨੂੰ ਘੱਟ ਤੋਂ ਘੱਟ ਵੀ ਜਿਹੜਾ ਇੱਕ ਦਫ਼ਤਰ 'ਚ ਜਿਹੜਾ 3000 ਕਰੋੜ ਮਹੀਨੇ ਦਾ ਨਾਰਮਲ ਬਣ ਜਾਂਦਾ। 3000 ਕਰੋੜ ਤੁਸੀਂ ਆਪੂ ਹਿਸਾਬ ਲਾਓ ਤੇ ਅੱਜ ਕੱਲ੍ਹ ਜਿਹੜਾ 1000 ਕਰੋੜ ਹੈ 40,000 ਰੁਪਇਆ ਬਣਦਾ, ਯਾਨੀ ਕਿ 1,20,000 ਰੁਪਇਆ ਸਿੱਧਾ ਇਹਨਾਂ ਨੂੰ ਇਹ ਬਣ ਜਾਂਦਾ ਉਹ ਡੱਬਿਆਂ ਦਾ ਇੱਕ ਦਫ਼ਤਰੋਂ। ਮੈਂ ਇਹ ਗੱਲ ਕਰਨ ਦਾ ਚਾਹੁੰਦਾ ਵਾਂ ਕਿ ਇਹ ਬੰਦਾ ਇੰਨਾ ਕੋਈ ਲੱਭਦਾ ਹੋਵੇ ਤੇ ਫਿਰ ਵੀ ਬੰਦਾ ਬੇਈਮਾਨੀ ਕਰੇ ਤੇ ਫਿਰ ਯਾਰ ਗਲਤ ਗੱਲ ਹੈ ਨਾ। ਮਾਲਕ ਨੇ ਹਰ ਚੀਜ਼ ਦਿੱਤੀ ਹੋਵੇ, 2 ਗੱਡੀਆਂ, ਤੇਲ ਦੇ ਪੈਸੇ, ਸਭ ਕੁਝ ਉਹਨੇ ਦਿੱਤੇ ਅਸੀਂ, ਫਿਰ ਬੰਦਾ ਜਿਹੜਾ ਜ਼ਿਆਦਤੀ ਕਰੇ ਤੇ ਗਲਤ ਗੱਲ ਹੈ। ਹੁਣ ਗੋਰੇ ਜਿਹੜੇ ਸਾਡੇ ਤੇ ਇਤਬਾਰ ਨਹੀਂ ਕਰਦੇ। ਮੈਂ ਤੁਹਾਨੂੰ ਗੱਲ ਪੂਰੀ ਸੁਣਾਣਾ ਤਾਂ ਕਿ ਤੁਹਾਨੂੰ ਸਮਝ ਆਵੇ। ਜਵਾਨ ਜਾਂਦੇ ਸੀ ਦਫ਼ਤਰਾਂ 'ਚ ਸਫਾਈ ਕਰਨ, ਜਿੱਥੇ ਸਫਾਈ ਕਰਨ ਜਾਂਦੇ ਗੋਰਿਆਂ ਦੀ ਇਹ ਆਦਤ ਹੈ, ਜਿੱਥੇ ਦਫ਼ਤਰ 'ਚ ਚੀਜ਼ਾਂ ਪਈਆਂ ਨੇ ਉੱਥੇ ਹੀ ਰੱਖ ਕੇ ਤੇ ਆਪੂ ਨਿਕਲ ਜਾਂਦੇ ਨੇ। ਭਾਵੇਂ ਉਹਨਾਂ ਦਾ ਕੋਈ ਸਿੱਕਾ ਪਿਆ ਹੈ, ਭਾਵੇਂ ਉਹਨਾਂ ਦੀ ਅੰਗੂਠੀ ਪਈ ਹੈ, ਕੋਈ ਚਾਰਜਰ ਪਿਆ ਹੈ, ਜੋ ਵੀ ਹੈ ਉਹ ਆਪਣੇ ਟੇਬਲ ਤੇ ਰੱਖ ਕੇ ਟੁਰ ਜਾਂਦੇ ਨੇ। ਤੇ ਅਕਸਰ ਉਹਨਾਂ ਦੇ ਜਿਹੜੇ ਲੈਪਟਾਪ ਨੇ ਖਰਾਬ ਵਗੈਰਾ ਹੁੰਦੇ ਨੇ, ਉਹਨਾਂ ਅੰਦਰ ਰੱਖੇ ਨੇ ਉੱਥੇ। ਉਹ ਕੁਝ ਖਰਾਬ ਵੀ ਹੈ ਨੇ, ਕੁਝ ਸਹੀ ਵੀ ਹੁੰਦੇ ਨੇ, ਲੇਕਿਨ ਉਹਨਾਂ ਅੰਦਰ ਸੰਭਾਲੇ ਹੁੰਦੇ ਨੇ, ਜਿਸ ਤਰ੍ਹਾਂ ਜ਼ਰੂਰਤ ਹੁੰਦੀ ਹੈ ਚੁੱਕ ਕੇ ਬਾਹਰ ਲੈ ਆਉਂਦੇ ਨੇ। ਤੇ ਟਿਸ਼ੂਆਂ ਦਾ ਜਿਹੜਾ ਉਹ ਹਿਸਾਬ ਵੀ ਨਹੀਂ ਹੁੰਦਾ, ਇਤਨਾ ਕੁ ਟਿਸ਼ੂ ਇਹਨਾਂ ਨੇ ਰੱਖੇ ਹੁੰਦਾ ਕਿ ਤੁਸੀਂ ਜਿਤਨਾ ਮਰਜ਼ੀ ਟਿਸ਼ੂ ਇਸਤੇਮਾਲ ਕਰੋ। ਲੇਕਿਨ ਸਾਨੂੰ ਪਤਾ ਜਿਸੇ ਲੱਗਦਾ ਹੈ ਕਿ ਇਤਨਾ ਜ਼ਿਆਦਾ ਟਿਸ਼ੂ ਇੱਥੇ ਪਏ ਹੈ, ਇਹਨਾਂ ਨੂੰ ਕੀ ਪਤਾ ਲੱਗਣਾ ਅਸੀਂ ਕਿੰਨਾ ਟਿਸ਼ੂ ਲੈ ਗਏ। ਜਨਾਬ ਗੰਦ ਵਾਲਾ ਛਾਪਰ ਲੈ ਕੇ ਉਹਦੇ ਸੱਟੇ ਸਾਰੇ ਟਿਸ਼ੂਆਂ ਦੇ ਪੈਕਟ ਸੱਟ ਕੇ ਲਿਆ ਕੇ ਆ ਕੇ ਆਪਣੇ ਯਾਰਾਂ ਦੋਸਤਾਂ ਨੂੰ ਦਿੱਤੇ, ਐਲਾ ਤੂੰ ਟਿਸ਼ੂ ਲੈ ਲੈ, ਐਲਾ ਤੂੰ ਲੈ ਲੈ, ਐਲਾ ਤੂੰ ਲੈ ਲੈ ਟਿਸ਼ੂ। ਲੇਕਿਨ ਉਹਨਾਂ ਦਾ ਜਿਹੜਾ ਖਾਤਾ ਹੈ ਉਹਨਾਂ ਨੂੰ ਇਹ ਪਤਾ ਹੁੰਦਾ ਹੈ ਕਿ ਅੱਗੇ ਸਾਡੇ ਕਿਤਨੇ ਟਿਸ਼ੂ ਇਸਤੇਮਾਲ ਹੁੰਦੇ ਸੀ, ਹੁਣ ਕਿਤਨੇ ਇਸਤੇਮਾਲ ਹੋ ਰਹੇ ਨੇ। ਫਿਰ ਉਸ ਤੋਂ ਬਾਅਦ ਅਗਰ ਜਿਹੜੇ ਗੋਰੇ ਰੱਖ ਕੇ ਜਾਂਦੇ ਨੇ ਚੀਜ਼ਾਂ, ਮਤਲਬ ਸਿੱਕਾ ਰੱਖ ਗਿਆ ਜਾਂ ਜੋ ਵੀ ਰੱਖ ਗਿਆ, ਉਹਨਾਂ ਨੂੰ ਸਾਰੀਆਂ ਗੱਲਾਂ ਦਾ ਪਤਾ ਹੁੰਦਾ ਕਿ ਮੈਂ ਇੱਥੇ ਸਿੱਕਾ ਰੱਖਿਆ ਸੀ, ਜਾਂ ਇੱਥੇ ਮੈਂ ਪੈਨਸਿਲ ਰੱਖੀ ਸੀ, ਜਾਂ ਇੱਥੇ ਮੈਂ ਚਾਰਜਰ ਰੱਖਿਆ ਸੀ। ਸਾਡੇ ਬੰਦੇ ਸਮਝਦੇ ਨੇ ਕਿ ਇਹਨਾਂ ਨੂੰ ਪਤਾ ਕੋਈ ਨਹੀਂ, ਚੁੱਪ ਕਰਕੇ ਚੁੱਕ ਲੈਂਦੇ ਨੇ, ਤੂੰ ਲੈ ਕੇ ਨਿਕਲ ਜਾਂਦੇ ਨੇ। ਤੇ ਹੋਰ ਛੱਡ ਕੇ ਜਿਸ ਮਾਲਕ ਦੇ ਘਰ ਕੰਮ ਕਰਦੇ ਸੀ ਉਹਨਾਂ ਨੇ ਅਕਸਰ ਅੰਗੂਠੀ ਕਿਰੇ ਪਈ ਹੈ, ਕਿਰੇ ਸਿੱਕਾ ਪਿਆ, ਕਿਰੇ ਪੈਸੇ ਪਏ ਨੇ। ਉਹਨਾਂ ਨੂੰ ਇਤਨਾ ਇਤਬਾਰ ਹੁੰਦਾ ਹੈ ਕਿ ਉਹ ਜਿਹੜੇ ਨੇ ਇਹ ਨਹੀਂ ਸੋਚਦੇ ਕਿ ਯਾਰ ਇਹ ਚੁੱਕੇਗਾ, ਲੇਕਿਨ ਨਹੀਂ, ਅਸਾਂ ਤਾਂ ਚੁੱਕਣੇ ਹੀ ਚੁੱਕਣੇ ਨੇ ਜਨਾਬ। ਉਹ ਸਿੱਕਾ ਵੀ ਉੱਥੋਂ ਚੁੱਕ ਲੈਣਾ, ਨੋਟ ਵੀ ਚੁੱਕ ਲੈਣਾ, ਔਰ ਛੱਡ ਕੇ ਡੱਬੇ ਚੁੱਕ ਲੈਣੇ ਨੇ। ਚੰਗਾ ਭਲਾ ਉਹਨਾਂ ਦਾ ਸਫਾਇਆ ਕਰਨਾ, ਛੋਟੀਆਂ ਛੋਟੀਆਂ ਚੀਜ਼ਾਂ ਪੀਆਂ ਚੁੱਕਣੀਆਂ। ਲੇਕਿਨ ਉਹ ਤਾਂ ਚਲੋ ਠੀਕ ਹੈ, ਉਹ ਇਗਨੋਰ ਕਰਦੇ ਰਹਿੰਦੇ ਨੇ।
ਭਾਈਰਾ ਨੇ ਇੰਜ ਕੀਤਾ ਕਿ ਭਾਈਰਾ ਨੇ ਉਹਨਾਂ ਦੇ ਲੈਪਟਾਪ ਚੁੱਕਣੇ ਸ਼ੁਰੂ ਕਰ ਦਿੱਤੇ। 2-4 ਦਫ਼ਤਰਾਂ ਜਿਹੜਾ ਥੱਲੇ ਸਟੋਰ ਬਣੇ ਸੀ ਉਹਨਾਂ ਨੇ ਕੀਤਾ, ਇੱਕ ਲੈਪਟਾਪ ਚੁੱਕਿਆ, ਦੂਜਾ ਚੁੱਕਿਆ, ਤੀਸਰਾ ਚੁੱਕਿਆ। ਉਹ ਚੁੱਕਦੇ ਰਹੇ, ਜਿਹੜੀ ਕੋਈ ਉਹਨਾਂ ਦੀ ਚੀਨੀ ਪਈ ਆ ਚੀਨੀ ਚੁੱਕ ਲਿਆਉਣੀ, ਜਿਹੜੀ ਉਹਨਾਂ ਨੇ ਕੋਕ ਵਗੈਰਾ ਦੇ ਉਹ ਸਟਾਕ ਰੱਖੇ ਜਾਂਦਾ ਵਿੱਚੋਂ ਉਹ ਡੱਬਾ ਚੁੱਕ ਕੇ ਗੰਦ ਵਾਲੇ ਛਾਪਰ 'ਚ ਪਾ ਕੇ ਲੈ ਆਉਣਾ। ਇਤਨਾ ਜ਼ਿਆਦਾ ਕੰਮ ਬੰਦੇ ਦਾ ਸੈੱਟ ਹੋਵੇ ਤੇ ਉਹਦੇ ਤੋਂ ਬਾਅਦ ਬੰਦਾ ਚੋਰੀਆਂ ਕਰੇ। ਉਹ ਜਿਸ ਵੇਲੇ ਮਾਲਕ ਨੇ ਦੇਖਿਆ ਉਹਨੇ ਆਖਿਆ ਹੁਣ ਕੁਝ ਜ਼ਿਆਦਾ ਨਹੀਂ ਡਰਿੰਕ ਕਰਨ ਲੱਗ ਪਏ ਦਫ਼ਤਰ 'ਚ, ਪਹਿਲਾਂ ਤੇ ਇਤਨਾ ਆਉਂਦਾ ਸੀ ਹੁਣ ਇਤਨਾ ਆਉਂਦਾ, ਤਕਰੀਬਨ ਡਬਲ ਆਉਂਦਾ। ਇਹ ਕਿਉਂ ਆਉਂਦਾ ਇਤਨਾ ਡਰਿੰਕ, ਤੁਸੀਂ ਸਾਰੇ ਪੀਂਦੇ ਹੋ? ਉਹਨੇ ਦਫ਼ਤਰ ਸਾਰਿਆਂ ਨੂੰ ਪੁੱਛਿਆ। ਉਹਨੇ ਆਖਿਆ ਨਹੀਂ, ਇੱਕ ਕਹਿੰਦਾ ਮੈਂ ਨਹੀਂ ਪੀਂਦਾ, ਦੂਜਾ ਆਂਦਾ ਮੈਂ ਨਹੀਂ ਪੀਂਦਾ, ਤੀਜਾ ਆਂਦਾ ਮੈਂ ਨਹੀਂ ਪੀਂਦਾ। ਉਹਨੇ ਆਖਿਆ ਬੜੀ ਅਜੀਬ ਗੱਲ ਆ, ਤੁਸੀਂ ਨਹੀਂ ਪੀਂਦੇ ਤੇ ਫਿਰ ਕਿਸ ਤਰ੍ਹਾਂ ਜਿਹੜਾ ਇਤਨਾ ਕੋਕ ਤੇ ਦੂਸਰੇ ਜਿਹੜੇ ਨੇ 7 ਅਪ ਵਗੈਰਾ ਘਟ ਜਾਂਦੀ ਹੈ ਤੇ ਹੋਰ ਛੱਡ ਕੇ ਕਾਫੀ ਦੇ ਜਿਹੜੇ ਪੈਕਟ ਨੇ ਉਹ ਵੀ ਲੈ ਕੇ ਨਿਕਲ ਜਾਣੇ। ਉਹ ਜਨਾਬ ਉਹਨਾਂ ਨੂੰ ਫਿਰ ਗੁੱਸਾ ਤੇ ਲੱਗਦਾ ਇਸ ਗੱਲ ਦਾ, ਲੇਕਿਨ ਖੈਰ ਉਹਨਾਂ ਨੇ ਆਖਿਆ ਚਲੋ ਤੱਕਨੇ ਵੀ ਕੌਣ ਲੈ ਕੇ ਜਾਂਦਾ। ਇੱਕ ਦਿਨ ਇੰਝ ਹੋਇਆ ਕਿ ਲੱਗੇ ਸੀ ਉੱਥੇ ਸਫਾਈ ਕਰਨ, ਮਾਲਕ ਬਾਹਰ ਗੱਡੀ 'ਚ ਬੈਠੇ ਅਸੀਂ, ਉਹਨੂੰ ਨਹੀਂ ਸੀ ਪਤਾ ਕਿ ਇਹ ਅੰਦਰ ਜਿਹੜਾ ਕੋਈ ਕੰਮ ਪਾਉਣਗੇ। ਉਹਨੇ ਕੈਮਰੇ ਆਨ ਕੀਤੇ ਆਪਣੇ ਫੋਨ ਤੇ, ਜਿਸ ਵੇਲੇ ਕੀਤੇ ਉਹਨੇ ਤੱਕਿਆ ਇੱਕ ਮੁੰਡੇ ਨੇ ਜਿਹੜਾ ਟਿਸ਼ੂਆਂ ਦਾ ਪੂਰਾ ਛਾਪਰ ਭਰਿਆ, ਛਾਪਰ ਭਰ ਕੇ ਤੇ ਉਹਨੇ ਜਨਾਬ ਲੈ ਕੇ ਨਿਕਲ ਆਇਆ ਬਾਹਰ। ਮਗਰ ਉਹ ਦੂਸਰਾ ਗਿਆ ਸਟੋਰ 'ਚ, ਉਹਨੇ ਗੰਦ ਵਾਲਾ ਛਾਪਰ ਲਿਆ, ਉਹਦੇ 'ਚ ਕੋਕ ਦੇ 2 ਰੱਖੇ ਪੈਕਟ ਰੱਖ ਕੇ ਉਹ ਲੈ ਕੇ ਨਿਕਲ ਆਇਆ। ਦੂਜਾ ਜਿਹੜਾ ਅੱਗੇ ਪਿੱਛੇ ਜਿਹੜੀ ਚੀਜ਼ ਹੋਈ ਉਹ ਲੈ ਕੇ ਨਿਕਲ। ਮਾਲਕ ਨੇ ਤੱਕਿਆ, ਉਹਨੇ ਆਖਿਆ ਇਹ ਕੀ ਗੱਲ ਹੈ, ਇਹ ਤਾਂ ਚੀਜ਼ਾਂ ਢੇਰ ਚੁੱਕਦੇ ਨੇ ਪਿਆ ਤੂੰ ਲੈ ਕੇ। ਨਾਲ ਉਹ ਜਿਹੜਾ ਮਾਲਕ ਹੈ ਜਿਹਨੂੰ ਕੰਮ ਦਿੱਤੇ ਅਸੀਂ ਉਹ ਵੀ ਨਾਲ। ਉਹਨੇ ਆਖਿਆ ਅੱਗੇ ਮੇਰੇ ਘਰੋਂ ਇੰਨੀਆਂ ਚੀਜ਼ਾਂ ਚੁੱਕਣ ਹੋਈਆਂ ਨੇ, ਹੁਣ ਇੱਥੋਂ ਚੁੱਕਣ ਹੋਈਆਂ ਨੇ। ਉਹਨੇ ਫਿਰ ਆਖਿਆ ਜਿਹੜਾ ਸਿਕਿਉਰਿਟੀ ਗਾਰਡ ਉੱਥੇ ਦਿਹਾੜੀ ਹੁੰਦਾ ਸੀ ਨਾ, ਉਹਨੂੰ ਨੇ ਆਖਿਆ ਕਿ ਤੂੰ ਜਾ ਕੇ ਤੱਕ ਸਾਰੇ ਲੈਪਟਾਪ ਜਿਹੜੇ ਸਾਡੇ ਨੇ ਪਏ ਨੇ ਉੱਥੇ। ਉਹਨੇ ਇਸ ਵੇਲੇ ਸਾਰਾ ਤੱਕਿਆ, ਉਹਨਾਂ ਦੇ ਨੰਬਰ ਹੁੰਦੇ ਨੇ, ਸੀਰੀਅਲ ਨੰਬਰ ਹੁੰਦੇ ਨੇ, ਉਸ ਜਾ ਕੇ ਸੀਰੀਅਲ ਨੰਬਰ ਸਾਰੇ ਚੈੱਕ ਕੀਤੇ ਤੇ ਜਿਹੜੀ ਲਿਸਟ ਆਈ ਉਹਦੇ 'ਚ ਜਿਹੜਾ ਕਾਫੀ ਜ਼ਿਆਦਾ ਲੈਪਟਾਪ ਜਿਹੜੇ ਨੇ ਸਿਰਫ ਇੱਕ ਦਫ਼ਤਰ 'ਚ ਕੋਈ ਨਹੀਂ ਸੀ। ਉਹਨੇ ਆਖਿਆ ਜੀ ਇਤਨੇ ਲੈਪਟਾਪ ਜਿਹੜੇ ਨੇ ਵਿੱਚੋਂ ਮਿਸ ਨੇ ਤੇ ਇਤਨੇ ਜਿਹੜੇ ਨਾਲ ਚਾਰਜਰ ਮਿਸ ਨੇ। ਮਾਲਕ ਨੇ ਆਖਿਆ ਅਜੀਬ ਗੱਲ ਹੈ, ਇਤਨੀਆਂ ਚੀਜ਼ਾਂ ਮਿਸ ਹੋ ਗਈਆਂ ਨੇ। ਉਹਨੇ ਆਖਿਆ ਦੂਸਰੀ ਦਫ਼ਤਰ ਉਹਨੇ ਫੋਨ ਕੀਤਾ, ਉਹਨੇ ਆਖਿਆ ਜੀ ਉੱਥੇ ਤੱਕ ਉਹ ਵੀ ਇਹ ਚੀਜ਼ਾਂ ਜਿਹੜੀਆਂ ਨੇ ਕਿਹੜੀ ਘੱਟ ਹੈ, ਕਿਉਂਕਿ ਇਹਨਾਂ ਕੋਲ ਆਰ ਲਿਸਟ ਹੁੰਦੀ ਹੈ। ਜਿਹੜਾ ਕੰਪਿਊਟਰ ਖਰਾਬ ਵੀ ਹੁੰਦਾ ਨਾ ਉਹ ਵੀ ਅਗਰ ਅੰਦਰ ਪਿਆ ਨਾ ਤਾਂ ਲਿਸਟ 'ਚ ਲਿਖਿਆ ਹੁੰਦਾ ਕਿ ਇਹਦਾ ਇਹ ਨੰਬਰ ਹੈ, ਇਹ ਅੰਦਰ ਪਿਆ। ਉਹ ਜਨਾਬ ਜਿਸ ਵੇਲੇ ਉਹਨਾਂ ਦੂਸਰੇ ਦਫ਼ਤਰੋਂ ਪੁੱਛਿਆ, ਉਹਨਾਂ ਆਖਿਆ ਜੀ ਇੱਥੇ ਵੀ ਇਹਨੇ ਕਾਫੀ ਘੱਟ ਨੇ ਤੇ ਉੱਥੇ ਵੀ ਜਿਹੜਾ ਕੋਕੋ ਕੋਲਾ ਵਗੈਰਾ ਤੇ ਇਹਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ। ਮਾਲਕ ਨੇ ਆਖਿਆ ਇਹ ਤੇ ਬੜਾ ਮੇਰੇ ਨਾਲ ਕੰਮ ਪਾ ਗਏ ਨੇ। ਮਾਲਕ ਨੇ ਫਿਰ ਉੱਥੇ ਸਿਕਿਉਰਿਟੀ ਗਾਰਡ ਦੀ ਡਿਊਟੀ ਲਾਈ। ਉਹਨੇ ਆਖਿਆ ਤੂੰ ਇੰਝ ਕਰ, ਰਾਤ ਦੇ ਟਾਈਮ ਤੇ ਜਿਹੜਾ ਨਾ ਤੂੰ ਕੈਮਰੇ ਆਨ ਕਰਕੇ ਇੱਥੇ ਬਹਿਣਾ ਤੇ ਤੈਨੂੰ ਮੈਂ ਐਕਸਟਰਾ ਪੈਸੇ ਦਿਆਂਗਾ ਤੇ ਤੂੰ ਦੇਖਣਾ ਕਿ ਇਹ ਕੀ ਕਰਦੇ ਨੇ। ਉਹਨੇ ਜਨਾਬ 3 ਜਗ੍ਹਾ ਤੇ ਜਿਸੇ ਇਨਕੁਆਇਰੀ ਕੀਤੀ। ਉਹਨੇ ਆਖਿਆ ਜੀ ਇੱਥੇ ਤੇ ਢੇਰ ਸਾਰਾ ਮਾਲ ਇਹ ਲੈ ਕੇ ਜਾਂਦੇ ਨੇ, ਟਿਸ਼ੂ ਇੰਨਾ ਲੈ ਕੇ ਜਾਂਦੇ ਨੇ, ਕੋਕ ਲੈ ਕੇ ਜਾਂਦੇ ਨੇ। ਉਹਨੇ ਬੁਲਾ ਲਿਆ ਉਹਨਾਂ ਨੂੰ, ਉਹਨਾਂ ਆਖਿਆ ਵੀ ਜਿਤਨੀ ਦੇਰ ਤੁਹਾਨੂੰ ਕੰਮ ਕਰਦਿਆਂ ਹੋ ਗਈ ਹੈ, ਜਿਤਨੇ ਪੈਸੇ ਬਣੇ ਨੇ, ਮਿਸਾਲ ਦੇ ਤੌਰ ਤੇ ਜਿਹੜਾ ਬਿੱਲ ਬਣਿਆ ਅੱਗੇ ਸਾਡਾ ਪਿਛਲੇ ਸਾਲ ਇਹ ਇਤਨਾ ਬਿੱਲ ਬਣਿਆ ਸੀ, ਹੁਣ ਜਿਹੜਾ ਇਤਨਾ ਬਿੱਲ ਬਣਿਆ, ਜਿਹੜਾ ਬਾਕੀ ਬਿੱਲ ਹੈ ਨਾ ਇਹ ਪੈਸੇ ਤੁਸਾਂ ਦੇਣੇ ਨੇ, ਕਿਉਂਕਿ ਇਹ ਪੈਸੇ ਸਾਡੇ ਨਹੀਂ ਬਣਦੇ, ਕਿਉਂਕਿ ਇਹ ਪੈਸੇ ਤੁਸਾਂ ਇੱਥੋਂ ਜਿਹੜੇ ਕੋਕ ਵਗੈਰਾ ਲੈ ਗਏ ਹੋ, ਸਾਡੇ ਕੋਲ ਵੀਡੀਓ ਹੈ, ਅਗਰ ਤੁਸੀਂ ਕੇਸ ਕਰਨਾ ਚਾਹੁੰਦੇ ਹੋ ਤੇ ਉਹ ਵੀ ਕਰ ਸਕਦੇ ਹੋ, ਲੇਕਿਨ ਅਸੀਂ ਤੁਹਾਨੂੰ ਬਿੱਲ ਹੁਣ ਭੇਜਾਂਗੇ। ਜਿਹੜੇ ਮੇਰੇ ਦਫ਼ਤਰਾਂ ਦਾ ਪੈਸੇ ਨੇ ਇਹ ਤੁਸੀਂ ਕੋਕ ਵਗੈਰਾ ਦੇ ਦੇਣੇ ਨੇ। ਉਹ ਆਖਰ ਨਹੀਂ ਬਹੁਤ ਸੌਰੀ। ਉਹਨਾਂ ਆਖਿਆ ਸੌਰੀ ਵਾਲੀ ਕੋਈ ਗੱਲ ਨਹੀਂ। ਉਹਨਾਂ ਆਖਿਆ ਟਿਸ਼ੂਆਂ ਦੇ ਪੈਸੇ, ਸਾਰੀਆਂ ਚੀਜ਼ਾਂ ਦੇ ਪੈਸੇ ਤੁਸੀਂ ਦੇਣੇ ਨੇ। ਉਸ ਤੋਂ ਬਾਅਦ ਅਸਾਂ ਨਵੀਂ ਕੰਪਨੀ ਨਾਲ ਕੰਟੈਕਟ ਕਰ ਲਿਆ, ਉਹ ਸਾਡਾ ਕੰਮ ਕਰੇਗੀ, ਤੁਸੀਂ ਹੁਣ ਸਾਡਾ ਕੰਮ ਨਹੀਂ ਕਰੋਗੇ। ਉਹਨਾਂ ਢੇਰ ਮਾਜ਼ਰਤ ਕੀਤੀ, ਸੌਰੀ ਕੀਤੀ। ਉਹਨਾਂ ਆਖਿਆ ਸੌਰੀ ਵਾਲੀ ਕੋਈ ਗੱਲ ਨਹੀਂ, ਇਸ ਵਾਸਤੇ ਮੈਂ ਮਜ਼ੀਦ ਤੁਹਾਨੂੰ ਕੰਮ ਨਹੀਂ ਦੇਣਾ ਚਾਹੁੰਦਾ ਤੇ ਇਸ ਵਾਸਤੇ ਤੁਸੀਂ ਜਾ ਸਕਦੇ ਹੋ। ਉਹ ਜਨਾਬ ਉਹਨਾਂ ਜਿਹੜੇ ਨਾਲ ਮੁੰਡੇ ਲਾਏ ਸੀ ਆਪੋ ਵੀ ਛੁੱਟੀ ਹੋ ਗਈ ਉੱਥੋਂ। ਕਹਿਣ ਦਾ ਮਕਸਦ ਇਹ ਹੈ ਕਿ ਇੰਨਾ ਸੋਹਣਾ ਕੰਮ ਜਿਹੜਾ ਬੰਦਾ ਤਕਰੀਬਨ ਹਿਸਾਬ ਲਾਓ ਲੱਖ ਕਰੋੜ 40 ਲੱਖ ਰੁਪਈਆ ਬਣਦਾ, ਘੱਟ ਤੋਂ ਘੱਟ ਉਹ ਬੰਦਾ ਕਮਾਉਂਦਾ ਸੀ, ਤੇ ਫਿਰ ਵੀ ਉਹਦੇ ਤੋਂ ਬਾਅਦ ਵੀ ਬੰਦਾ ਬੇਈਮਾਨੀ ਕਰੇ, ਫਿਰ ਉਹਦੇ ਵਾਸਤੇ ਤਾਂ ਲਿੱਤਰ ਬਣਦਾ। ਇਸ ਵਾਸਤੇ ਜਿਹੜਾ ਤੁਹਾਨੂੰ ਸੋਹਣਾ ਲੱਭ ਰਿਹਾ, ਨਾਲ 3 ਬੰਦਿਆਂ ਦੀ ਰੋਜ਼ੀ ਵੀ ਖਤਮ ਕੀਤੀ, ਨਾਲ ਇਹ ਹੈ ਕਿ ਟਿਸ਼ੂ ਜਿਹੜੇ ਨੇ ਕੀ ਕਰਨਾ ਜੀ, ਇਹਨੂੰ ਵੰਡ ਦਿੱਤਾ, ਉਹਨੂੰ ਵੰਡ ਦਿੱਤਾ, ਇਹ ਲੈ ਗਿਆ, ਫਲਾਣਾ ਲੈ ਗਿਆ। ਇਹ ਕੰਮ ਗਲਤ ਹੈ। ਬਾਕੀ ਜਿਹੜਾ ਤਾਂ ਹੀ ਤਾਂ ਸਾਡੇ ਤੇ ਇਹਨਾਂ ਨੂੰ ਭਰੋਸਾ ਨਹੀਂ ਰਿਹਾ। ਇਸ ਵਾਸਤੇ ਕੋਸ਼ਿਸ਼ ਕਰਿਆ ਕਰੋ, ਸਿਰਫ ਕੰਮ ਵੱਲ ਧਿਆਨ ਦਿਆ ਕਰੋ, ਜਿਹੜੇ ਪੈਸੇ ਤੁਸੀਂ ਕਮਾ ਰਹੇ ਹੋ ਨਾ ਉਹਦੇ ਤੇ ਹੀ ਫੋਕਸ ਕਰਿਆ ਕਰੋ, ਅੱਗੂ ਪਿੱਛੂ ਹੱਥ ਮਾਰਨ ਦੀ ਕੋਸ਼ਿਸ਼ ਨਾ ਕਰਿਆ ਕਰੋ। ਅਗਰ ਮੇਰੀ ਵੀਡੀਓ ਅੱਛੀ ਲੱਗੀ ਹੋਵੇ ਤਾਂ ਪਲੀਜ਼ ਯਾਰ ਲਾਈਕ ਕਰਿਆ ਕਰੋ, ਕਮੈਂਟਸ ਕਰਿਆ ਕਰੋ, ਸਬਸਕ੍ਰਾਈਬ ਕਰ ਦਿਓ ਤੇ ਦਿਲ ਖੁਸ਼ ਹੁੰਦਾ। ਲੇਕਿਨ ਅਗਰ ਕੋਈ ਛੋਟੀ ਮੋਟੀ ਗਲਤੀ ਹੋ ਜਾਏ ਤਾਂ ਮਾफ़ ਕਰ ਦਿਆ ਕਰੋ। ਬਾਕੀ ਦੁਆਵਾਂ 'ਚ ਯਾਦ ਰੱਖਿਆ ਕਰੋ ਤੇ ਆਪਣੀ ਸਿਹਤ ਦਾ ਖਿਆਲ ਕਰਿਆ ਕਰੋ। ਸਿਹਤ ਹੈ ਤੇ ਸਭ ਕੁਝ ਹੈ। ਅੱਲਾ ਹਾਫਿਜ਼।